Hello everyone, myself Karan Sharma, Managing Director of IELTS Helpline Institute Faridkot, and today we are going to make a video on reading module, especially on the list of headings, as ਮੈਨੂੰ ਬਹੁਤ ਸਾਰੇ ਸਟੂਡੈਂਟਸ ਦੇ ਮੈਸੇजेस ਆਏ ਪਰਸਨਲੀ ਕਿ ਉਹ ਹੈਡਿੰਗਸ ਫਾਈਂਡ ਕਰਨ ਦੇ ਵਿੱਚ ਕਾਫੀ ਪ੍ਰੋਬਲਮਸ ਫੇਸ ਕਰ ਰਹੇ ਨੇ, ਜਿੱਦਾਂ ਕਿ ਪੈਰਾਗ੍ਰਾਫਸ ਜ਼ਿਆਦਾ ਹੁੰਦੇ ਹਨ ਤੇ ਕਈ ਵਾਰੀ ਹੈਡਿੰਗਸ ਵੀ ਉਸ ਤੋਂ ਵੀ ਜ਼ਿਆਦਾ ਹੁੰਦੀਆਂ ਹਨ। ਐਂਡ ਜਦੋਂ ਫਿਰ ਹੈਡਿੰਗਸ ਵਗੈਰਾ ਲੱਭਦੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਸੇਮ ਇਨਫੋਰਮੇਸ਼ਨ ਹੀ ਸਾਰਿਆਂ ਦੇ ਵਿੱਚ ਦਿੱਤੀ ਜਾਂਦੀ ਹੈ। ਸੋ ਆਪਾਂ ਅੱਜ ਸ਼ੁਰੂ ਕਰਦੇ ਹਾਂ ਹੈਡਿੰਗਸ ਦੇ ਨਾਲ। ਸੋ ਪਹਿਲਾਂ ਆਪਾਂ ਹੈਡਿੰਗਸ ਵਿੱਚ ਕੀ ਧਿਆਨ ਰੱਖਣਾ, ਸਭ ਤੋਂ ਪਹਿਲਾਂ ਆਪਾਂ ਹੈਡਿੰਗਸ ਵਿੱਚ ਧਿਆਨ ਰੱਖਣਾ ਕਿ ਹੈਡਿੰਗਸ ਦਾ ਟੈਂਸ ਕਿਹੜਾ ਹੈ, ਕਿ ਪਾਸਟ ਟੈਂਸ 'ਚ ਗੱਲ ਹੋਈ ਹੈ ਜਾਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੋਈ ਹੈ ਜਾਂ ਫਿਊਚਰ ਟੈਂਸ ਦੇ ਵਿੱਚ। ਇੱਕ ਪ੍ਰੋਬੇਬਿਲਿਟੀ ਇਹ ਵੀ ਹੁੰਦੀ ਹੈ ਮੇਰੇ ਅਕੋਰਡਿੰਗ, ਮੇਰਾ ਪਰਸਨਲ ਓਪੀਨੀਅਨ ਹੈ, ਮੈਂ ਇਹ ਨਹੀਂ ਕਹਿ ਸਕਦਾ ਕਿ ਸ਼ਿਓਰ ਪੱਕਾ ਇੱਦਾਂ ਹੀ ਹੁੰਦਾ। ਮੈਨੂੰ ਇੱਦਾਂ ਲੱਗਦਾ ਹੈ ਕਿ ਜਦੋਂ ਆਪਾਂ ਨੂੰ ਹੈਡਿੰਗਸ ਦਿੱਤੀ ਜਾਂਦੀ ਹੈ ਜਾਂ ਆਪਾਂ ਨੂੰ ਕੋਈ ਵੀ ਪੈਰਾਗ੍ਰਾਫ ਦਿੱਤੇ ਜਾਂਦੇ ਆ, ਪਹਿਲਾਂ ਆਪਾਂ ਨੂੰ ਪੈਰਾਗ੍ਰਾਫਸ ਦੇ ਵਿੱਚ ਜ਼ਿਆਦਾਤਰ ਕੀ ਆ ਪਾਸਟ ਵਾਲੀ ਗੱਲ ਹੁੰਦੀ ਹੈ ਕਿ ਮਤਲਬ ਕਿ ਪਹਿਲਾਂ ਇੱਦਾਂ ਫਿਰ ਵਿਚਾਲੇ 'ਚ ਪ੍ਰੈਜ਼ੈਂਟ ਆ ਜਾਂਦਾ ਅਤੇ ਲਾਸਟ ਦੇ ਵਿੱਚ ਆਪਣਾ ਫਿਊਚਰ ਦੀ ਐਕਸਪੈਕਟੇਸ਼ਨਸ ਦੀ ਗੱਲ ਹੋ ਜਾਂਦੀ ਹੈ। ਸੋ ਆਪਾਂ ਥੋੜ੍ਹਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਹੈਡਿੰਗਸ ਦੇ ਨਾਲ। ਫਸਟ ਆਫ ਆਲ, ਜਦੋਂ ਵੀ ਤੁਹਾਨੂੰ ਲਿਸਟ ਆਫ ਹੈਡਿੰਗਸ ਵਗੈਰਾ ਮਿਲਦੀਆਂ ਹਨ, ਠੀਕ ਹੈ, ਤਾਂ ਤੁਸੀਂ ਹਮੇਸ਼ਾ ਪਹਿਲਾਂ ਤੁਸੀਂ ਹੈਡਿੰਗਸ ਪੜ੍ਹੋ, ਕਿਉਂਕਿ ਕਈ ਮੈਂ ਵੀਡੀਓਜ਼ ਵੇਖੀ ਹੈ ਉਹਦੇ ਵਿੱਚ ਤੁਹਾਨੂੰ ਕਹਿ ਦਿੰਦੇ ਆ ਕਿ ਤੁਸੀਂ ਹੈਡਿੰਗਸ ਪਹਿਲਾਂ ਬਿਲਕੁਲ ਨਹੀਂ ਪੜ੍ਹਨੀਆਂ, ਤੁਸੀਂ ਕਨਫਿਊਜ਼ ਹੋ ਜਾਓਗੇ। ਬਟ ਮੇਰਾ ਓਪੀਨੀਅਨ ਇਹ ਹੈ ਕਿ ਤੁਹਾਨੂੰ ਪਹਿਲਾਂ ਹੈਡਿੰਗਸ ਜਿਹੜੀਆਂ ਹੈਗੀਆਂ ਉਹ ਪਹਿਲਾਂ ਤੁਹਾਨੂੰ ਜ਼ਰੂਰ ਇੱਕ ਵਾਰੀ ਰੀਡ ਕਰਨੀਆਂ ਚਾਹੀਦੀਆਂ। ਜਿੱਦਾਂ ਕਿ ਆਪਾਂ ਨੂੰ ਹੁਣ 1 ਤੋਂ ਲੈ ਕੇ 10 ਤੱਕ ਹੈਡਿੰਗਸ ਦਿੱਤੀਆਂ ਗਈਆਂ ਐਂਡ ਕੁਐਸਚਨਸ ਆਪਾਂ ਨੂੰ ਹੈਗੇ ਆ 7 ਕੁਐਸਚਨਸ ਹੈਗੇ ਆ ਅਤੇ 10 ਹੈਡਿੰਗਸ ਹੈਗੀਆਂ, ਮਤਲਬ ਕਿ 3 ਤੁਹਾਨੂੰ ਐਕਸਟਰਾ ਦਿੱਤੀਆਂ ਗਈਆਂ। ਠੀਕ ਹੈ, ਪੈਰਾਗ੍ਰਾਫ A B C D E F G ਇਹਨਾਂ ਦੀਆਂ ਆਪਾਂ ਹੈਡਿੰਗਸ ਲੱਭਣੀਆਂ ਐਂਡ ਆਪਾਂ ਨੂੰ 1 ਤੋਂ ਲੈ ਕੇ 10 ਤੱਕ ਆਪਾਂ ਨੂੰ ਕੀ ਹੈਡਿੰਗਸ ਦਿੱਤੀਆਂ। ਇੱਕ ਹੋਰ ਤੁਸੀਂ ਗਲਤੀ ਇਹ ਨਹੀਂ ਕਰਨੀ, ਜਦੋਂ ਵੀ ਤੁਸੀਂ ਨੋਟ ਕਰਨੀਆਂ ਹੈਡਿੰਗਸ ਤਾਂ ਤੁਸੀਂ ਹਮੇਸ਼ਾ ਕੀ ਹੈ ਕਿ ਰੋਮਨ ਨੰਬਰ ਦੇ ਵਿੱਚ ਹੀ ਹੈਡਿੰਗ ਤੁਸੀਂ ਨੋਟ ਕਰਨੀਆਂ। ਤੁਸੀਂ ਇੱਦਾਂ ਨਹੀਂ ਕਿ ਹੈਡਿੰਗਸ ਨੂੰ ਤੁਸੀਂ ਰੈਂਡਮਲੀ ਲਿਖੀ ਜਾਂਦੇ ਹੋ ਜਿੱਦਾਂ ਨੂਮੈਰਿਕ ਵੈਲਿਊ ਦੇ ਵਿੱਚ 1 2 3। ਠੀਕ ਹੈ, ਹੁਣ ਪਹਿਲਾਂ ਹੈਡਿੰਗਸ ਰੀਡ ਕਰਦੇ ਹਾਂ ਆਪਾਂ। ਅਰਲੀ ਈਅਰਸ ਆਫ ਗਿਲਬਰਟ ਮਤਲਬ ਕਿ ਕੋਈ ਇਨਸਾਨ ਦੇ ਉੱਪਰ ਗੱਲ ਹੋ ਰਹੀ ਹੈ। ਅਰਲੀ ਈਅਰਸ ਮਤਲਬ ਉਹਦੇ ਜਿਹੜੇ ਮੁੱਢਲੇ ਜੀਵਨ ਦੀ ਗੱਲ ਹੈ। What was new about his scientific research method, ਕਿ ਉਸਦੇ ਸਾਇੰਟੀਫਿਕ ਰਿਸਰਚ ਮੈਥਡ ਬਾਰੇ ਕੀ ਨਵਾਂ ਸੀ। ਦਾ ਡਿਵੈਲਪਮੈਂਟ ਆਫ ਕੈਮਿਸਟਰੀ, ਹੁਣ ਆਪਣੇ ਕੋਲ ਕੀਵਰਡਸ ਕੀ ਆ ਰਹੇ ਆ, ਜਿੱਦਾਂ ਕਿ ਕੈਮਿਸਟਰੀ। ਨੈਕਸਟ ਦੇ ਵਿੱਚ ਕੀ ਹੈ ਐਸਟਰੋਨੋਮੀ, ਮਤਲਬ ਕਿ ਕੈਮਿਸਟਰੀ ਐਸਟਰੋਨੋਮੀ ਇਹ ਬਿਲਕੁਲ ਅਲੱਗ ਟਰਮਸ ਹੈ, ਇਹਨਾਂ ਦੀ ਸਿਮਿਲੈਰਿਟੀ ਕੋਈ ਨਹੀਂ ਹੈਗੀ। ਅਗਲਾ ਆ ਗਿਆ 5th ਆਪਣਾ ਪੋਇਨਰਸ ਆਫ ਦਾ ਅਰਲੀ ਸਾਇੰਸ, ਮਤਲਬ ਕਿ ਅਰਲੀ ਸਾਇੰਸ ਦੇ ਪੋਇਨਰਸ ਮਤਲਬ ਕਿ ਜਿਨ੍ਹਾਂ ਨੇ ਕੋਈ ਆਪਾਂ ਜੈਮਸ ਕਹਿ ਸਕਦੇ ਜਿਨ੍ਹਾਂ ਨੇ ਕੋਈ ਆਪਣੇ ਮਹਾਨ ਕੰਮ ਕੀਤੇ ਹੋਣ। ਪ੍ਰੋਫੈਸ਼ਨਲ ਐਂਡ ਸੋਸ਼ਲ ਰੈਕੋਗਨਾਈਜੇਸ਼ਨ, ਪ੍ਰੋਫੈਸ਼ਨਲ ਮਤਲਬ ਕਿ ਜਿਵੇਂ ਪ੍ਰੋਫੈਸ਼ਨਲੀ ਬੰਦਾ ਟੀਚਰ ਹੈ ਜਾਂ ਡਾਕਟਰ ਹੈ ਜਾਂ ਉਹ ਪ੍ਰੋਫੈਸ਼ਨ ਹੋ ਗਿਆ। ਸੋਸ਼ਲ ਰੈਕੋਗਨਾਈਜੇਸ਼ਨ ਬੰਦਾ ਆਪਣਾ ਕਲੋਨੀ ਦਾ ਕਿਸੇ ਦਾ MC ਹੈ ਜਾਂ ਕੋਈ MLA ਜਾਂ ਪ੍ਰੈਜ਼ੀਡੈਂਟ ਹੈ। 7th ਇਜ਼ ਬਿਕਮਿੰਗ ਦਾ ਪ੍ਰੈਜ਼ੀਡੈਂਟ ਆਫ ਦਾ ਰਾਇਲ ਸਾਇੰਸ ਸੁਸਾਇਟੀ, ਕਿਸੇ ਆਪਣੀ ਰਾਇਲ ਸਾਇੰਸ ਸੁਸਾਇਟੀ ਦੀ ਗੱਲ ਕਰ ਰਹੇ ਹੈ ਐਂਡ ਉਸ 'ਤੇ ਪ੍ਰੈਜ਼ੀਡੈਂਟ ਬਣਨ ਦੀ ਗੱਲ ਕਰ ਰਹੇ ਹੈ। 8th ਹੈਗਾ ਦਾ ਗ੍ਰੇਟ ਵਰਕਸ ਆਫ ਗਿਲਬਰਟ ਦੇ ਜਿਹੜੇ ਆਪਣੇ ਮਹਾਨ ਕੰਮ। His discovery about the magnetism, chemistry, astronomy, they all are different terms. His change of focus ਮਤਲਬ ਕਿ ਉਹਦਾ ਫੋਕਸ ਜਿਹੜਾ ਹੈਗਾ ਕਿੱਦਾਂ ਬਦਲਿਆ। ਸੋ ਫਸਟ ਆਫ ਆਲ ਹੁਣ ਆਪਾਂ ਕੀ ਕਰਦੇ ਹਾਂ, ਵਿੱਚੋਂ ਕਈ ਮੈਥਡਸ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਹੈਡਿੰਗ ਕਰ ਸਕਦੇ ਹਾਂ, ਬਟ ਅੱਜ ਆਪਾਂ ਕਰਾਂਗੇ ਸਿਰਫ ਸਕਿਮ ਐਂਡ ਸਕੈਨ। ਆਪਾਂ ਪੈਰਾਗ੍ਰਾਫਸ ਨੂੰ ਸਮਝਣਾ ਨਹੀਂ, ਆਪਾਂ ਸਿਰਫ ਉਹਨਾਂ ਨੂੰ ਸਕੈਨ ਕਰਨਾ, ਇੰਪੋਰਟੈਂਟ ਸ਼ਬਦ ਚੱਕਣੇ ਆ, ਕੋਸ਼ਿਸ਼ ਕਰਨੀ ਹੈ ਫਸਟ ਲਾਈਨ ਦੇ ਵਿੱਚੋਂ ਲਾਸਟ ਲਾਈਨ ਦੇ ਵਿੱਚ ਆਪਾਂ ਨੂੰ ਆਨਸਰ ਲੱਭ ਜੇ ਨਹੀਂ ਲੱਭਦਾ ਤਾਂ ਆਪਾਂ ਪੈਰਾਗ੍ਰਾਫ ਮੋਟਾ ਪੜ੍ਹਾਂਗੇ ਜਿਹੜੀਆਂ ਲਾਈਨ ਸਮਝ ਆਉਂਦੀਆਂ। ਕਿਉਂਕਿ ਹੁੰਦਾ ਕੀ ਹੈ, ਜੇ ਆਪਾਂ ਨੂੰ 10 ਲਾਈਨਾਂ ਦਾ ਜਾਂ 10 ਲਾਈਨਸ ਦਾ ਆਪਣੇ ਕੋਲ ਇੱਕ ਪੈਰਾਗ੍ਰਾਫ ਹੈ ਤਾਂ ਪ੍ਰੋਬੇਬਿਲਿਟੀ ਇਹ ਹੈ ਕਿ ਆਪਾਂ ਨੂੰ ਸਿਰਫ 5 ਜਾਂ 6 ਲਾਈਨ ਸਮਝ ਆਉਂਦੀਆਂ। ਕਈ ਸ਼ਬਦ ਔਖੇ ਹੁੰਦੇ ਜਿਹੜੇ ਸਾਨੂੰ ਆਪ ਨੂੰ ਨਹੀਂ ਸਮਝ ਆਉਂਦੇ, ਕਾਫੀ ਇਹਨਾਂ ਦੇ ਵਿੱਚ ਵੋਕੈਬ ਜਿਹੜੀ ਹੈਗੀ ਆ ਉਹ ਕਾਫੀ ਹਾਈ ਲੈਵਲ ਦੀ ਦਿੱਤੀ ਹੁੰਦੀ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ ਫਸਟ ਪੈਰਾਗ੍ਰਾਫ ਤੋਂ। ਸੋ ਫਸਟ ਪੈਰਾਗ੍ਰਾਫ 'ਚ ਕੀ ਗੱਲ ਕਰ ਰਹੇ ਆ, The 16th and 17th century saw two great pioneers, ਆਪਾਂ ਉੱਥੇ pioneer ਸ਼ਬਦ ਪੜ੍ਹ ਕੇ ਆਏ ਸੀਗੇ, of modern size on Galileo and Gilbert, ਮਤਲਬ ਕਿ ਦੋ ਮਹਾਨ ਸ਼ਖਸੀਅਤਾਂ ਦੀ ਗੱਲ ਕਰ ਰਿਹਾ ਹੈ, ਗੈਲੀਲੀਓ and ਗਿਲਬਰਟ ਦੀ। The impact of their finding is eminent. Gilbert was the first modern scientist and also accredited father of the science and electricity and magnetism as English of the learning and physician at the court of Elizabeth. ਮਤਲਬ ਆਪਾਂ ਜ਼ਿਆਦਾ ਨਾ ਇਸ ਨੂੰ ਸਮਝੀਏ, ਆਪਾਂ ਪਹਿਲੀਆਂ ਲਾਈਨਸ ਦੇ ਵਿੱਚ ਵੇਖੀਏ ਕਿ ਗੱਲ ਕੀ ਕਰ ਰਹੇ ਆ। ਇਹ ਗੱਲ ਆਪਣੀ ਕਰ ਰਹੇ ਆ, ਇਹ ਆਪਣੀ ਗੱਲ ਕਰ ਰਹੇ ਆ ਕਿ 16ਵੀਂ ਤੇ 17ਵੀਂ ਸੈਂਚੁਰੀ ਦੇ ਵਿੱਚ ਦੋ ਪੋਇਨਰਸ ਸੀਗੇ ਜਿਨ੍ਹਾਂ ਦਾ ਨਾਮ ਦਿੱਤਾ ਹੋਇਆ, ਇੱਕ ਦਾ ਨਾਮ ਕੀ ਦਿੱਤਾ ਹੋਇਆ, ਠੀਕ ਹੈ, ਆਪਾਂ ਨੂੰ ਗੈਲੀਲੀਓ ਦਿੱਤਾ ਗਿਆ ਐਂਡ ਦੂਸਰੇ ਦਾ ਆਪਾਂ ਨੂੰ ਗਿਲਬਰਟ ਨਾਮ ਦਿੱਤਾ ਗਿਆ।
ठीक है। तो उस तो बाद अपने को जे आप लास्ट लाइन से चैक करते हैं, लास्ट लाइन की गल की हुई है, हाउ एवर ही इज़ लैस वैल नोन दैन ही डिजर्व्स। मतलब कि ਜਿਹੜਾ ਉਹ ਇਨਸਾਨ ਸੀਗਾ ਉਹਨੂੰ ਉਹਨਾਂ ਮਤਲਬ ਕਿ ਇੰਪੋਰਟੈਂਸ ਨਹੀਂ ਮਿਲੀ ਜਿੰਨੀ ਉਹ ਡਿਜ਼ਰਵ ਕਰਦਾ ਸੀਗਾ। ਐਂਡ ਇੱਥੇ ਆਪਣੇ ਕੋਲੇ ਮੇਨ ਗੱਲ ਕੀਤੀ ਹੋਈ ਹੈ ਕਿ 2 ਗ੍ਰੇਟ ਪੁਆਇੰਟਰਸ ਦੀ ਗੱਲ ਹੋਈ ਹੈ, ਤੇ ਉਹਨਾਂ ਨੇ ਕੀ ਕੀਤਾ ਸੀਗਾ ਕਿ ਪ੍ਰਾਇਰ ਟੂ ਹਿਮ ਆਲ ਦਾ ਵਾਸ ਨੋਨ ਐਜ਼ ਦਾ ਇਲੈਕਟ੍ਰਿਸਿਟੀ ਮੈਕਨਿਜ਼ਮ ਵਾਸ ਵਾਟ ਏਸ਼ੀਅਨਸ ਨਿਊ ਨਥਿੰਗ ਮੋਰ ਦੈਨ ਦੈਟ ਲੌਂਸਟਲ ਪੋਜ਼ੈਸਡ। ਮਤਲਬ ਕਿ ਉਹਨਾਂ ਨੇ ਕਾਫੀ ਜਿਹੜਾ ਸਾਇੰਸ ਦੇ ਖੇਤਰ ਦੇ ਵਿੱਚ ਕੀ ਹੈ ਕਿ ਆਪਦੇ ਵੱਲੋਂ ਉਹਨਾਂ ਨੇ ਯੋਗਦਾਨ ਪਾਇਆ ਸੀ। ਹੁਣ ਆਪਾਂ ਇਹਦੇ ਵਿੱਚੋਂ ਐਲੀਮੀਨੇਸ਼ਨ ਮੈਥਡ ਦੇਖਦੇ ਹਾਂ। ਆਪਾਂ ਕੀ ਕਰਨਾ, ਆਪਾਂ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿਹੜੀਆਂ ਹੈਡਿੰਗਸ ਹੈਗੀਆਂ ਨਹੀਂ ਕੰਮ ਦੀਆਂ ਉਹ ਕੀ ਆਪਾਂ ਐਲੀਮੀਨੇਟ ਕਰ ਦਈਏ। ਜਿੱਦਾਂ ਕਿ अर्ली ईयर्स ऑफ गिलबर्ट, ये अपना बन सकता है। सो आप कोशिश करांगे कि आप इत्थे फर्स्ट लगा लीए। वट वॉज द न्यू अबाउट द साइंटिफिक रिसर्च, न्यू की गल ही नहीं हुई कोई। केमिस्ट्री की गल बिल्कुल भी नहीं हुई। एस्ट्रोनॉमी की जमा भी नहीं गल हुई। पॉइंटर्स ऑफ द अर्ली साइंस, पॉइंटर्स की जरूर गल हुई है, बट पॉइंटर्स मतलब 2 इंसान। एस आप वेखांगे, टेंस वेखांगे, एस लिखा हुआ है ना, उत्थे सीगा अर्ली ईयर्स कल्ले गिलबर्ट दी सी, बट इत्थे 2 पॉइंटर्स की गल। प्रोफैशनल दी सोशल रिकॉगनाइजेशन दे आर नॉट टॉकिंग। रॉयल साइंस की जमा ही नहीं गल हुई। ग्रेट वर्क्स ऑफ गिलबर्ट इन्होंने उहदी गल भी नहीं की। सिंपल दस रहे थे कि पहला लोगों को मैग्नेटिज्म बारे ही कल्ला पता सीगा। हिज डिस्कवरी अबाउट मैग्नेटिज्म, उहदी डिस्कवरी की गल नहीं की, फोकस की गल नहीं की। सो मेन अपनी गल हुई है जां गिलबर्ट की हुई है या पॉइंटर्स ऑफ द अर्ली साइंस की हुई है। ज़्यादा सूटेबल आपको किहड़ा रहूगा, पॉइंटर्स ऑफ अर्ली साइंस। ये आपां पॉइंटर्स ऑफ अर्ली साइंस क्यों सूटेबल रहूगा, क्योंकि उन्होंने क्योंकि उत्थे आपां जे वेख्या जाए तो उन्होंने आपां नूं गल कीती गई सीगी कि अपने जिहड़े 2 दिते हुए सीगे एंड उन्हां दी अपने कोल ज़्यादा अपने को गल कीती सीगी। सो फिर फर्स्ट दा आपां लगावांगे 5th। ठीक है, हुण आपां नैक्सट पैराग्राफ ते मूव करते हैं, बी पैराग्राफ ते। गिलबर्ट्स बर्थ प्रीडेटेड गैलीलियो बॉर्न इन द एमिनेंट लोकल family in Colchester country in the UK on May 24, 1544। मतलब कि वो कदों जम्मिया सी वो गल कर रहे हैं, फैमिली की गल कर रहे हैं, वो स्कूल गया उसकी गल कर रहे हैं, उसने दैन स्टडीड मैडिसिन की गल कर रहे हैं, फिर उन्हें ग्रैजुएशन की, फिर उन्हें ट्रैवल किया। मतलब सिर्फ गिलबर्ट दे जिहड़ा मुढ़ला जीवन सी, मुढ़ला जीवन मतलब कि जिहड़ी उहदी यंग एज सी जां उहदी अर्ली एज सी उहदे बारे गल कर रहे हैं। कोई उहदी डिस्कवरी की गल नहीं कर रहे, कोई उहदे फोकस की नहीं, कोई केमिस्ट्री की नहीं, कोई एस्ट्रोनॉमी की। सो आप सीधा नैक्सट मूव करते हैं हैडिंग से। अर्ली ईयर्स ऑफ गिलबर्ट, ये अपन लग रहा है, आप फर्स्ट लावांगे। वट वॉज द साइंटिफिक रिसर्च मैथड की गल ही नहीं हुई, केमिस्ट्री की गल नहीं हुई, एस्ट्रोनॉमी की गल नहीं हुई, सोशल रिकॉगनाइजेशन की गल नहीं हुई, सोसाइटी की जमा गल नहीं हुई, ग्रेट वर्क्स की भी नहीं गल हुई, डिस्कवरी अबाउट मैग्नेटिज्म जमा गल नहीं हुई, चेंज ऑफ फोकस की बिल्कुल नहीं गल हुई। सो अपना किहड़ा क्लीयर हो गया, फर्स्ट। सो तो तुसीं इदां की करना, अगे तो हमेशा जो हैडिंग्स मिलती हैं तुसीं एलिमीनेट कर करके वेखना कि आपां नूं किहड़ी हैडिंग जिहड़ी आ वो ज़्यादा सूटेबल लगदी है। सो दिस मैथड विल डेफिनेटली वर्क फॉर यू एंड यू विल बी एबल टू स्कोर very good bands in the reading module especially। सो नैक्सट आप सी दे विच उत्ते पहुँच गए हैं। सी दे विच आपां देखते हैं, ही वॉज अ वेरी सक्सैसफुल एमिनेंट डॉक्टर मतलब कि उहदे प्रोफैशन की गल कर रहे हैं। एंड हिज इलैक्शन टू द प्रेजिडेंट ऑफ द रॉयल साइंस सोसाइटी, मतलब कि सोसाइटी की गल भी आ गई कि वह की सीगा। all his culminated in his election to the president, मतलब president बनया। ठीक है, तो ਉਹਦੀ ਇਹ ਗੱਲ ਕਰ ਰਹੇ ਆ। ਤੇ ਲਾਸਟ ਗਲ ਕਰੀਏ ਉਹਦੀ few months after his appointment in the personal physician to the king James। ਠੀਕ ਹੈ, ਹੁਣ ਆਪਾਂ ਇਹਦੇ ਨਾਲ ਆਪਾਂ ਮੈਚ ਕਰਕੇ ਦੇਖਦੇ ਹਾਂ ਕਿਹੜਾ ਮੈਚ ਹੁੰਦਾ। अर्ली ईयर्स अपना लग गया। ठीक है, सो अपना फर्स्ट एंड ਜਿਹੜਾ 5th ਸੀਗਾ मैं ਇਹਨਾਂ ਨੂੰ ਹਾਈਲਾਈਟ ਕਰ ਦੇਣਾ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਆਪਣੇ ਕਿਹੜੇ ਲੱਗ ਗਏ ਆ। ਸੋ ਇਹ ਆਪਣੇ ਜਿਹੜੇ 2 ਹੈਗੇ ਆ ਲੱਗ ਗਏ, ਬਾਕੀ ਆਪਣੇ ਕਿਹੜੇ ਰਹਿ ਗਏ, 2nd 3rd। What was new about the scientific research method? They are not talking at all। केमिस्ट्री की गल बिल्कुल भी नहीं की, एस्ट्रोनॉमी की बिल्कुल नहीं गल की, नीचों वेखिए फोकस की गल भी नहीं की, मैग्नेटिज्म की भी नहीं गल की, ग्रेट वर्क्स की भी नहीं गल की। बिकमिंग द प्रेजिडेंट की वो गल कर रहे हैं कि वो प्रेजिडेंट बनया, बट नाल नाल प्रोफैशनल की भी गल कर रही है। सो ज़्यादा आपां सूटेबल किहड़ा बनूगा इन्हां दोवां दे विचों लाउणा होवे, प्रोफैशनल एंड सोशल रिकॉगनाइजेशन, क्योंकि उत्थे कह रहे थे कि वो डॉक्टर भी बनया और वो प्रेजिडेंट भी बनया। सो इदा तुसीं एलिमिनेट करना। दिस विल बी वेरी यूजफुल मैथड वाइल डूइंग द रीडिंग। तुसीं नैक्सट जो भी आपकी रीडिंग करते हो हैडिंग से तुसीं ये मैथड अप्लाई करके वेखियो। होप तुहानूं ये जिहड़ा मैथड हैगा ये तुहाडे लई बहुत वधिया वर्क करूगा। नैक्सट आप देखते हैं, गिलबर्ट वॉज फर्स्ट इंटरस्टिड इन कैमिस्ट्री। हम कैमिस्ट्री की गल कर रहे हैं, कैमिस्ट्री शब्द आ गया, बट लेटर चेंज हिज फोकस, उन्हें फोकस भी चेंज कर लिया। ड्यू टू द लार्ज पोर्शन ऑफ द
mysticism of alchemy involved। देखो ਇਹੋ ਜਿਹੇ ਸ਼ਬਦ ਮੈਨੂੰ ਵੀ ਨਹੀਂ ਸਮਝ ਆ ਰਹੇ ਕਿ ਇਹਦਾ ਮਤਲਬ ਕੀ ਹੈ, ਮੈਨੂੰ ਆਪ ਖੁਦ ਡਿਕਸ਼ਨਰੀ ਯੂਜ਼ ਕਰਨੀ ਪੈਂਦੀ ਹੈ। ਸੋ ਨੀਡ ਨਾਟ, ਇਹਨਾਂ ਨੂੰ ਤੁਸੀਂ ਸਕਿਪ ਕਰ ਦਿਆ ਕਰੋ। ਜੇ ਇੱਕ ਦੋ ਸ਼ਬਦ ਨਹੀਂ ਆਉਂਦੇ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਪੈਰਾਗ੍ਰਾਫ ਆਪਾਂ ਨੂੰ ਸਮਝ ਨਹੀਂ ਆਉਣਾ। He gradually developed his interest in physics after the great minds of the Asian, particularly about the knowledge the ancient Greeks had about the lodestone strange minerals with the power to attract iron। मतलब कि ਉਹਦਾ ਕੈਮਿਸਟਰੀ ਦੇ ਵਿੱਚ ਜਿਹੜਾ ਸੀਗਾ ਇੰਟਰਸਟ ਸੀਗਾ, ਫਿਰ ਫੋਕਸ ਬਦਲ ਕੇ ਉਹਦਾ ਫੋਕਸ ਇੱਦਾਂ ਸਾਰੇ ਕਿਤੇ ਚਲਾ ਗਿਆ। ਐਂਡ ਉਸ ਗੱਲ ਦੀ ਇਹ ਗੱਲ ਕਰ ਰਹੇ ਆ। ਆਪਾਂ ਸਾਰਾ ਪੈਰਾਗ੍ਰਾਫ ਪੜ੍ਹਨ ਦੀ ਲੋੜ ਨਹੀਂ, ਜ਼ਿਆਦਾਤਰ ਆਪਾਂ ਫਸਟ ਲਾਈਨ ਜਾਂ ਲਾਸਟ ਲਾਈਨ 'ਚ ਨਿਗਾਹ ਮਾਰਾਂਗੇ। ਲਾਸਟ ਲਾਈਨ 'ਚ ਗੱਲ ਕਰ ਰਹੇ ਆ For nearly 20 years, William Gilbert conducted igneous experiments to understand magnetism. His work included on the magnetic bodies। ਮੈਗਨੈਟਿਜ਼ਮ ਦੀ ਗੱਲ ਵੀ ਕਰ ਰਹੇ ਆ, ਬਟ ਚੇਂਜ ਆਫ ਫੋਕਸ ਦੀ ਜ਼ਿਆਦਾ ਗੱਲ ਕੀਤੀ ਹੈ, ਕਿਉਂਕਿ ਆਪਾਂ ਜੇ ਵੇਖਿਆ ਜਾਵੇ ਤਾਂ ਇੱਥੋਂ ਤੱਕ ਇਹਨਾਂ ਨੇ ਸਾਰਾ ਆਪਣਾ ਇਹੀ ਗੱਲ ਕੀਤੀ ਹੈ ਕਿ ਉਹਦਾ ਜਿਹੜਾ ਫੋਕਸ ਚੇਂਜ ਹੋਇਆ ਸੀ ਤੇ ਕਾਹਦੇ 'ਚ ਇੰਟਰਸਟਿਡ ਸੀਗਾ। ਹੁਣ ਆਪਾਂ ਐਲੀਮੀਨੇਟ ਕਰਕੇ ਲਾਉਂਦੇ ਹਾਂ। अर्ली ईयर्स हो गया अपना। वट वॉज द न्यू साइंटिफिक, नो। केमिस्ट्री की गल, नो, क्योंकि केमिस्ट्री बिल्कुल भी नहीं लगना। मैं इसमें भी हाईलाइट कर सॉरी हाईलाइट नहीं आप करते, बट केमिस्ट्री नहीं लगना। ट्रेडिशनल एस्ट्रोनॉमी, एस्ट्रोनॉमी की बिल्कुल भी नहीं गल हुई। बिकमिंग द प्रेजिडेंट की ये तो गल ही नहीं हुई। वो लास्ट में लंघेगी गल द ग्रेट वर्क्स ऑफ गिलबर्ट, नो। डिस्कवरी अबाउट द मैगनेटिज्म की गल कर रहे हैं, बट डिस्कवरी की गल वो नहीं कर रहे। हिज चेंज ऑफ फोकस, सो डेफिनेटली वी कैन से दैट कि यदा आंसर अपना की बनूगा 10th बनूगा, हिज चेंज ऑफ द फोकस। देखो फर्स्ट लाइन्स में पढ़ रहे हैं, मैं स्किम कर रहे हैं, ठीक है। तो मैं हमेशा यही मैथड करता, रीडिंग जी मर्जी हो। ये एक तो मेरा टाइम बचता, प्लस ये की है कि मेरा इंटरस्ट बनया रहा एंड मेरे ज़्यादातर ये ठीक होंगे ही है। E paragraph, Gilbert's discovery was so important to modern physics, he investigated in the nature of magnetism। Investigated का मतलब थोड़ा सारे पता ही होगा, जिवें पुलिस इन्वेस्टिगेशन करती है, तसदीफ करती है। आप कह सकते कि उन्हें चीज़ को डिस्कवर किया। किनू डिस्कवर किया? मैगनेटिज्म को किया उन्हें डिस्कवर किया। तो ही coined the word electric, though the early beliefs of magnet were also largely entangled with superstitions such as rubbing garlic on the lodestone can neutralize its magnetism। One example being the sailors even believed the smell of the garlic would even interfere with the action of compass। ठीक है जी, ये गल कर रहे हैं, बट मेन गल उसकी कादी हुई है, मैगनेटिज्म की गल हुई है कि उसने की किया, नेचर ऑफ मैगनेटिज्म एंड इलैक्ट्रिसिटी है, उसनों उन्हें की किया, उसने अपना उसनों डिस्कवर किया। उस तो बाद आप जी लास्ट लाइन्स आप वेखते हैं ई पैराग्राफ दी, दो ही स्टार्टेड टू स्टडी रिलेशनशिप बिटवीन मैग्नेटिक इलैक्ट्रिसिटी, सैडली ही डिडंट कंप्लीट हिज रिसर्च ऑफ द स्टैटिक इलैक्ट्रिसिटी यूजिंग द एम्बर जेट, only demonstrated that objects with electrical charges can work like magnets attracting small pieces of paper and stuff। It is a French guy named Dufay that discovered that there are actually two electric charges, positive and negative। मतलब कि मेन इतने की है, मैगनेट, देखो एक शब्द रिपीट हो रहा है, मैगनेट्स, ठीक है। इधर ई पैराग्राफ के भी शब्द वही रिपीट हो रहा है कि मैगनेटिज्म, ठीक है। फिर आप इन्होंने ला के वेखिए, साइंटिफिक रिसर्च मैथड की गल नहीं हुई, केमिस्ट्री की बिल्कुल गल नहीं हुई, एस्ट्रोनॉमी की बिल्कुल गल नहीं हुई, ये वाला होना नहीं। ग्रेट वर्क्स ऑफ गिलबर्ट की नहीं गल हुई। डिस्कवरी अबाउट द मैगनेटिज्म की उन्हें डिस्कवरी जरूर की थी। लास्ट में कही जाती है कि उन्हें फाइंड किया कि जोड़े मैगनेट्स वगैरह है वो स्मॉल पीसिस ऑफ पेपर एंड स्टफ जोड़े है उन्होंने अट्रैक्ट करते हैं। मूविंग टू द नैक्सट पैराग्राफ, एफ पैराग्राफ, इसमें भी आप हाईलाइट कर देंगे मैगनेटिज्म, ठीक है। हम अपना एफ पैराग्राफ, ही आल्सो क्वेश्चन अबाउट द ट्रेडिशनल एस्ट्रोनॉमिकल बिलीफ्स। एस्ट्रोनॉमिकल एंड एस्ट्रोनॉमी शब्द आप पहले सुन के आए हैं, इतने एस्ट्रोनॉमिकल बिलीफ्स की होया दो आ, ही डिडंट एक्सपेक्ट द quintessential beliefs that the earth is the center of the universe on the orbit around the sun। मतलब एस्ट्रोनॉमी की गल आ गई। एस्ट्रोनॉमी स्टडी का होंगी है, सन्स की, स्टार्स की, एंड इतने सारी एस्ट्रोनॉमी की गल कर रहे हैं। तो इस करके आप जो वेखिए मोटा मोटा इतने गल कर रहे हैं ऑर्बिट अराउंड द सन, फिर अपने गल कर रहे हैं अर्थ लाइक प्लैनेट्स, फिर गल करते हैं पोलैरिटी की, फिर अर्थ पोल्स की गल कर रहे हैं, स्टार्स वॉबल की गल कर रहे हैं। मतलब कि सारी एस्ट्रोनॉमी की गल आ गई तकरीबन इस एंड आप ये ला देंगे कोई क्वेश्चनल ट्रेडिशनल एस्ट्रोनॉमी, ठीक है जी। अपना ये लग जूगा। अपना नैक्सट पैराग्राफ, अपना लास्ट पैराग्राफ रहेगा जी पैराग्राफ, एंड जी पैराग्राफ आप देखेंगे हिज रिसर्च मैथड, उसका रिसर्च मैथड was evolution that is used to experiment rather than pure logic and reasoning like ancient Greek philosophers did। It was new attitude towards the scientific investigation, towards the science, and then until the science were not in fashion, it was because scientific attitude together with his contribution of knowledge and this। आप लास्ट से देखिए
his approach of the careful observation of the experiments rather than the authoritative opinion deductive philosophy of the others had laid very foundation of the modern science मतलब कि modern science. What was the new about the scientific research method same शब्द ਲੱਭ ਗਿਆ ਪੜੋ. What was new about his ਨਿਊ ਕੀ ਹੋਇਆ ਉਹਦੇ ਬਾਰੇ ਠੀਕ ਹੈ ਇਹ ਗੱਲ ਕਰ ਰਹੇ ਆ ਕਿ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਆਪਣੀਆਂ ਜਿਹੜੀਆਂ ਸਾਇੰਟੀਫਿਕ ਥਿਊਰੀ ਸੀਗੀਆਂ ਉਹਨਾਂ ਨੂੰ ਕੀ ਆ ਅੱਜ ਵੀ ਜਿਹੜੀਆਂ ਹੈਗੀਆਂ ਯੂਜ਼ ਕੀਤੀਆਂ ਜਾਂਦੀਆਂ ਇਸ ਦੇ ਵਿੱਚ ਸੋ ਆਪਣਾ ਕੀ ਆ ਕਿ ਇਸ ਦਾ ਆਪਣਾ ਸੈਕਿੰਡ ਲੱਗ ਜੂਗਾ। ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਤੇ ਪਹਿਲਾਂ ਮੈਂ ਸ਼ਾਇਦ ਲਾਸਟ ਵੀਡੀਓ ਦੇ ਵਿੱਚ ਤੁਸੀਂ ਵੇਖੀ ਹੋਵੇ ਤਾਂ ਮੈਂ ਕਿਹਾ ਸੀਗਾ ਕਿ ਜਦੋਂ ਆਪਾਂ ਹੈਡਿੰਗਸ ਕਰਦੇ ਹਾਂ ਤਾਂ ਆਪਾਂ ਨੂੰ ਹੈਡਿੰਗਸ ਦਾ ਇੱਕ ਵੱਡਾ ਫਾਇਦਾ ਇਹ ਹੁੰਦਾ ਕਿ ਵੀ ਕਮ ਅਕ੍ਰੋਸ ਦ ਲੋਕੇਸ਼ਨਸ ਆਫ ਦ ਆਨਸਰਸ। ਸੋ ਉੱਦਾਂ ਜੇ ਹੁਣ ਮੇਰੇ ਤੋਂ ਮੂੰਹ ਜ਼ਬਾਨੀ ਤੁਸੀਂ ਪੁੱਛੋਗੇ ਮੈਂ ਦੱਸ ਸਕਦਾ ਕਿਹੜੇ ਪੈਰਾਗ੍ਰਾਫ 'ਚ ਜਿਹੜੀ ਗੱਲ ਹੋਈ ਹੈ। ਫਸਟ ਪੈਰੇ 'ਚ ਪੋਇੰਟਰਸ ਦੀ ਗੱਲ ਹੋਈ ਸੀ, ਸੈਕਿੰਡ ਪੈਰੇ ਬੀ ਦੇ ਵਿੱਚ ਗੱਲ ਹੋਈ ਸੀ ਉਹਦੇ ਅਰਲੀ ਈਅਰਸ ਦੀ, ਫਿਰ ਇਹਦੇ ਵਿੱਚ ਇੱਕ ਰਾਇਲ ਸੁਸਾਇਟੀ ਦੀ ਗੱਲ ਹੋਈ ਸੀ, ਇਹਦੇ ਵਿੱਚ ਉਹਦੀ ਚੇਂਜ ਆਫ ਫੋਕਸ ਦੀ ਗੱਲ ਹੋਈ ਸੀ, ਇਹਦੇ ਵਿੱਚ ਗੱਲ ਕਾਦੀ ਹੋਈ ਸੀਗੀ ਆਪਣੇ ਮੈਗਨੈਟਿਜ਼ਮ ਤੇ ਇਲੈਕਟ੍ਰਿਸਿਟੀ ਦੀ ਗੱਲ ਹੋਈ ਸੀ, ਇਹਦੇ ਵਿੱਚ ਐਸਟਰੋਨੋਮੀ ਦੀ ਗੱਲ ਹੋਈ ਸੀ, ਲਾਸਟ ਦੇ ਵਿੱਚ ਜਿਹੜੇ ਹੈ ਰਿਸਰਚ ਮੈਥਡ ਸੀ। ਹੁਣ ਮੂਵਿੰਗ ਟੂ ਦਾ ਨੈਕਸਟ ਕੁਐਸਚਨਸ ਜੇ ਆਪਾਂ ਦੇਖਦੇ ਹਾਂ ਇਹਦੇ ਠੀਕ ਹੈ ਤੇ ਆਪਾਂ ਦੇਖੀਏ ਆਪਾਂ ਨੂੰ ਜੇ ਆਪਾਂ ਵੇਖੋ ਹੀ ਇਜ਼ ਲੈਸ ਫੇਮਸ ਦੈਨ ਹੀ ਸ਼ੁੱਡ ਬੀ ਇਹ ਮੈਂ ਕਰੂੰਗਾ ਨਹੀਂ ਮੈਂ ਸਿਰਫ ਦੱਸ ਰਿਹਾ ਲੋਕੇਸ਼ਨ ਕਿੱਥੇ ਲੈਸ ਫੇਮਸ ਦੈਨ ਸ਼ੁੱਡ ਬੀ ਇਹ ਮਤਲਬ ਕਿ ਜਿਹੜੇ ਸਟਾਰਟਿੰਗ ਪੈਰਾ ਸੀਗਾ ਏ ਜਾਂ ਬੀ ਉਹਨਾਂ 'ਚ ਹੋਣਾ ਚਾਹੀਦਾ। ਡਾਕਟਰ ਦੀ ਗੱਲ ਆਪਾਂ ਵੇਖਿਆ ਸੀ ਜਿੱਥੇ ਆਪਣੀ ਗੱਲ ਹੋਈ ਸੀਗੀ ਪ੍ਰੋਫੈਸ਼ਨਲ ਦੀ ਹੀ ਲਾਸਟ ਫੇਥ ਇਨ ਮੈਡੀਕਲ ਥਿਓਰੀਜ਼ ਐਟ ਹਿਸ ਟਾਈਮ ਇੱਦਾਂ ਦੀ ਆਪਾਂ ਕਿਤੇ ਗੱਲ ਹੀ ਨਹੀਂ ਵੇਖੀ ਮੈਡੀਕਲ ਥਿਓਰੀ ਸੋ ਮੋਸਟ ਪ੍ਰੋਬਬਲੀ ਇੱਦਾਂ ਦਾ ਕੀ ਹੈ ਨੋਟ ਕਿਮਨ ਹੋਊਗਾ। Which three other formulas are parts of Gilbert discovery? Metal can be transformed. Garlic ਵਾਲਾ ਆਪਾਂ ਵੇਖਿਆ ਸੀਗਾ, metals ਵਾਲਾ ਵੇਖਿਆ ਸੀਗਾ, ਕਿਹੜੇ ਪੈਰਾਗ੍ਰਾਫ 'ਚ ਸੀਗਾ ਇਹ ਆਪਣੇ ਮੈਗਨੈਟਿਜ਼ਮ ਵਾਲੇ ਪੈਰਾਗ੍ਰਾਫ 'ਚ ਸੀਗਾ, ਸਟਾਰਸ ਵਾਲਾ ਆਪਣਾ ਐਸਟਰੋਨੋਮੀ ਵਾਲੇ ਪੈਰਾ 'ਚ ਸੀਗਾ, ਅਰਥ ਬਬਲਸ ਆਪਣਾ ਐਸਟਰੋਨੋਮੀ ਵਾਲੇ 'ਚ ਸੀਗਾ, ਚਾਰजेस ਆਫ ਇਲੈਕਟ੍ਰਿਸਿਟੀ ਇਹ ਵੀ ਆਪਣਾ ਉਹਦੇ 'ਚ ਮੈਗਨੈਟਿਜ਼ਮ ਵਾਲੇ ਪੈਰਾਗ੍ਰਾਫ 'ਚ ਸੀਗਾ। ਮਤਲਬ ਇਹ ਹੈ ਕਿ ਜੇ ਆਪਾਂ ਪਹਿਲਾਂ ਹੈਡਿੰਗਸ ਕਰਦੇ ਹਾਂ ਤਾਂ ਉਹਦੇ ਨਾਲ ਆਪਾਂ ਨੂੰ ਕੀ ਹੈ ਇੱਕ ਲੋਕੇਸ਼ਨਸ ਪਤਾ ਲੱਗ ਜਾਂਦੀਆਂ। ਐਂਡ ਹੋਪ ਹੈ ਫਰੈਂਡ ਵਿਊਅਰਸ ਤੁਹਾਨੂੰ ਇਹ ਜਿਹੜੀ ਆਪਣੀ ਵੀਡੀਓ ਹੈ ਪਸੰਦ ਆਈ ਹੋਊਗੀ। ਇਹ ਮੇਰੀ ਫਸਟ ਟਰਾਈ ਸੀ ਅੱਜ ਵੀਡੀਓ ਬਣਾਉਣ ਦੀ ਆਪਣੀ ਰੀਡਿੰਗ ਦੇ ਰਿਲੇਟਡ ਐਂਡ ਜੇ ਤੁਸੀਂ ਇਸ ਵੀਡੀਓ ਨੂੰ ਸਪੋਰਟ ਕਰੋਗੇ ਸ਼ੇਅਰ ਕਰੋਗੇ ਤਾਂ ਨੈਕਸਟ ਵੀਡੀਓ ਡੈਫੀਨੇਟਲੀ ਆਪਾਂ ਟਰੂ ਫਾਲਸ ਤੇ ਜਾਂ MCQ ਦੇ ਉੱਪਰ ਵੀਡੀਓ ਬਣਾਵਾਂਗੇ ਤੁਹਾਡੇ ਲਈ। ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਆਪਣਾ ਚੈਨਲ ਐਂਡ ਸ਼ੇਅਰ ਵੀ ਕਰਨਾ ਆਪਣੇ ਫਰੈਂਡਸ ਨਾਲ। ਸੋ ਆਲਸ ਹੈਲਪਲਾਈਨ ਇਜ਼ ਆਲਵੇਜ਼ देयर ਟੂ ਹੈਲਪ ਯੂ ਐਂਡ ਥੈਂਕ ਯੂ।